ਇੱਕ ਨਾ ਬਹੁਤ ਵਧੀਆ ਐਸਟ੍ਰੋਫਿਜ਼ਿਸਿਸਟ ਹੁੰਦੀ ਸੀ ਇੱਕ, ਉਹਦਾ ਨਾਮ ਹੁੰਦਾ ਸੀ ਆਇਆ। ਤੇ ਬਹੁਤ ਹਾਰਡ ਵਰਕਿੰਗ ਹੁੰਦੀ ਸੀ ਉਹ, ਮਤਲਬ ਚੀਜ਼ਾਂ ਨੂੰ ਕਾਫੀ ਨਾ ਡੀਪਲੀ ਫੀਲ ਕਰਦੀ ਸੀਗੀ ਉਹ। ਕੋਈ ਵੀ ਚੀਜ਼ ਜਦੋਂ ਥਿਓਰੀ ਲਿਖਦੀ ਸੀ ਜਾਂ ਕੁਛ ਵੀ ਚੀਜ਼ ਕਰਦੀ ਸੀ, ਉਹ ਚੀਜ਼ ਨੂੰ ਪਹਿਲਾਂ ਪੂਰਾ ਆਪ ਐਕਸਪੀਰੀਅੰਸ ਕਰਦੀ ਸੀ ਆਪਣੀ ਸੋਲ ਤੋਂ, ਐਂਡ ਦੈਨ ਸ਼ੀ ਯੂਜ਼ਡ ਟੂ ਰਾਈਟ ਇਟ ਡਾਊਨ। ਬਟ ਰੀਸੈਂਟਲੀ ਨਾ ਉਹ ਇੱਕ ਬਹੁਤ ਹੀ ਚੁੱਪਚਾਪ ਜਿਹੀ ਰਹਿਣ ਲੱਗ ਪਈ ਸੀਗੀ ਇੱਕ ਟਾਈਮ ਤੇ ਜਾ ਕੇ ਨਾ। ਸ਼ੀ ਵਾਜ਼ ਲਾਈਕ ਲਿਟਰਲੀ ਅ ਗੋਸਟ ਇਨ ਹਰ ਓਨ ਟਾਈਮਲਾਈਨ ਕਾਈਂਡ ਆਫ ਥਿੰਗ। ਐਵਰੀਥਿੰਗ ਕਾਈਂਡ ਆਫ ਫੈਲਟ ਇਟ ਵਾਜ਼ ਸਕ੍ਰਿਪਟਡ ਫॉर ਹਰ। ਜਿਹਨੂੰ ਇਦਾਂ ਲੱਗਣ ਲੱਗ ਪਿਆ ਸੀ ਕਿ ਹਰੇਕ ਚੀਜ਼ ਬਹੁਤ ਹੀ ਰਿਪੈਟੇਟਿਵ ਆ, ਮੋਨੋਟਨਸ ਆ। ਐਂਡ ਦੈਨ ਉਹਦੇ ਕਲੀਗਸ ਵੀ ਕਹਿਣ ਲੱਗ ਪਏ ਸੀਗੇ ਕਿ ਸ਼ਾਇਦ ਯਾਰ ਇਹ ਬਹੁਤ ਬਰਨਡ ਆਊਟ ਹੋ ਗਈ ਆ, ਇਸ ਕਰਕੇ ਆ। ਸ਼ੀ ਯੂਜ਼ਡ ਟੂ ਬੀ ਲਾਈਕ ਡਿਸਕਨੈਕਟਡ ਫਰਮ ਦ ਪੀਪਲ ਐਟ ਵਨ ਪੁਆਇੰਟ, ਲੈਟਸ ਸੇ। ਤੇ ਇਹ ਸਾਰਾ ਕੁਝ ਸ਼ੁਰੂ ਉਦੋਂ ਹੋਇਆ, ਪਹਿਲਾਂ ਨਹੀਂ ਸੀ ਇੱਦਾਂ ਹੁੰਦੀ ਉਹ, ਬਟ ਇਹ ਸ਼ੁਰੂ ਸਾਰਾ ਕੁਝ ਉਦੋਂ ਹੋਇਆ ਜਦੋਂ that dream came to her right after her graduation। ਕਿ ਮਤਲਬ ਜਦੋਂ ਗ੍ਰੈਜੂਏਟ ਹੋ ਗਈ ਸੀਗੀ, she was still pretty new looking for stuff around। ਤੇ ਉਦੋਂ ਨਾ ਉਹਨੂੰ ਇੱਕ ਬਹੁਤ ਹੀ ਸਕੈਚੀ ਜੀ ਲੈਬ ਨੇ ਹਾਇਰ ਕੀਤਾ ਸੀਗਾ। ਤੇ ਬਟ ਇੱਕ ਚੀਜ਼ ਚੰਗੀ ਉਹ ਸੀਗੀ ਉਸ ਲੈਬ ਦੇ ਬਾਰੇ ਕਿ ਲਾਈਕ ਇੱਕ ਬਹੁਤ ਫੇਮਸ ਸਾਇੰਟਿਸਟ ਹੁੰਦਾ ਸੀਗਾ, ਡਾਕਟਰ ਨੋ ਨੇਮ। ਤੇ ਉਹ ਨਾ 10 ਸਾਲ ਪਹਿਲਾਂ ਮਿਸਟੀਰੀਅਸਲੀ ਗਾਇਬ ਹੋ ਗਿਆ ਸੀਗਾ। ਤੇ ਬਟ ਉਹ ਜਿਹੜੀ ਲੈਬ ਆ ਨਾ, ਉਹਦੇ ਵਿੱਚ ਉਹ ਕੰਮ ਕਰਦਾ ਹੁੰਦਾ ਸੀਗਾ ਪਹਿਲਾਂ। ਸੋ ਦੈਟਸ ਵਾਈ ਸ਼ੀ ਵਾਜ਼ ਲਾਈਕ ਓਕੇ, ਹੀ ਯੂਜ਼ਡ ਟੂ ਵਰਕ ਹੇਅਰ ਐਂਡ ਦੈਨ ਆਈ ਗਾਟ ਆਫਰਡ ਅ ਜੌਬ। ਸੋ ਮੇਰੀ ਪਹਿਲੀ ਜੌਬ ਵੈਸੇ ਵੀ ਕੁਝ ਲੱਗ ਨਹੀਂ ਰਹੀ, ਵਾਈ ਨਾਟ ਆਈ ਗੋ ਐਂਡ ਟਰਾਈ। ਤੇ ਉਹ ਐਕਸੈਪਟ ਕਰਦੀ ਆ, ਪਹਿਲੀ ਜੌਬ ਆਪਣੀ ਉੱਥੇ ਜਾਂਦੀ ਆ। ਬਟ ਇਟ ਵਾਜ਼ ਵੈਰੀ ਡਲ ਜੌਬ, ਕਿ ਮਤਲਬ ਪੇਪਰ ਵਰਕ ਸੌਰਟ ਕਰਨੇ, ਆਰਕਾਈਵਸ ਕਰਨੀਆਂ, ਡੂ ਦਿਸ ਡੂ ਦੈਟ। ਤੇ ਨਾ ਬਟ ਉਹਨਾਂ ਪੇਪਰਾਂ ਦੇ ਵਿੱਚੋਂ ਉਹਨੂੰ ਇੱਕ ਇੱਦਾਂ ਦਾ ਡਾਕੂਮੈਂਟ ਲੱਭਦਾ ਆ ਕਿ ਲਾਈਕ ਉਹਦੇ ਵਿੱਚ ਲਿਖਿਆ ਹੁੰਦਾ ਡਾਕਟਰ ਨੋ ਨੇਮ ਡੂ ਨਾਟ ਓਪਨ or whatever, but her rebellious nature or whatever kind of told her ਕਿ ਲਾਈਕ ਇਹਨੂੰ ਖੋਲ। ਸੋ she kind of like opened the box ਤੇ ਉਹਦੇ ਵਿੱਚੋਂ ਉਹਨੇ ਡਾਕੂਮੈਂਟ ਕੱਢੇ, ਜਿਹੜੇ ਡਾਕੂਮੈਂਟ ਵਗੈਰਾ ਸੀਗੇ। ਬਾਕੀ ਸਾਰਾ ਕੁਝ ਤਾਂ ਆਲਮੋਸਟ it was intentionally damaged। ਇੱਦਾਂ ਲੱਗ ਰਿਹਾ ਸੀਗਾ ਕਿ ਇੰਟੈਂਸ਼ਨਲੀ ਕਿਸੇ ਨੇ ਨਾ ਉਹਨੂੰ ਡੈਮੇਜ ਕੀਤੇ ਆ ਡਾਕੂਮੈਂਟਸ। ਬਟ something she still made some things out of those documents। ਤੇ ਉਹਦੇ ਵਿੱਚੋਂ ਇੱਕ ਚੀਜ਼ ਉਹਨੂੰ ਬਹੁਤ ਗੰਦਾ ਹਿੱਟ ਮਾਰੀ, ਜਿਹੜੀ ਕਿ kind of stayed down with her, which was time isn't flowing, time is, you aren't moving through it, you are just experiencing different slices, all of you are already there। ਕਿ ਮਤਲਬ time exist ਨਹੀਂ ਕਰ ਰਿਹਾ, ਇੱਕ illusion ਆ, it's just there। ਮਤਲਬ ਤੁਸੀਂ ਸਾਰੇ already exist ਕਰ ਰਹੇ ਆ, but you are just moving through different slices of time through this present moment। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ past ਜਾਂ future exist ਨਹੀਂ ਕਰ ਰਿਹਾ, they are already there। So that was a very fucking deep thought for her, ਕਿ ਉਹਨੂੰ ਸਮਝ ਨਹੀਂ ਸੀ ਆ ਰਿਹਾ ਕਿ like what the fuck did I just read। it kind of it shook her from inside, I would say, ਕਿ ਮਤਲਬ ਉਹਨੇ ਅੰਦਰੋਂ ਉਹਨੂੰ ਹਿਲਾ ਕੇ ਰੱਖਤਾ। ਤੇ ਉਸ ਤੋਂ ਬਾਅਦ ਨਾ ਉਹਦਾ ਮੇਨ ਮਿਸ਼ਨ, ਲਾਈਫ ਪਰਪਸ ਇਹੀ ਬਣ ਗਿਆ ਕਿ ਇਹ ਚੀਜ਼ ਦੇ ਬਾਰੇ ਮੋਰ ਰਿਸਰਚ ਕਰਨੀ, ਲਾਈਕ ਗੈਟ ਟੂ ਨੋ ਮੋਰ ਅਬਾਊਟ ਟਾਈਮ, ਕਿ ਟਾਈਮ ਹੈ ਕੀ ਚੀਜ਼ ਆ। she kind of started looking ups and down everywhere। ਹਰੇਕ ਜਿੱਥੇ ਉਹਨੂੰ ਕੋਈ ਮੌਕਾ ਮਿਲਦਾ ਉਹਨੇ ਲੱਭਣਾ ਸ਼ੁਰੂ ਕੀਤਾ, ਰਿਸਰਚ ਸ਼ੁਰੂ ਕੀਤੀ। 4-5 ਸਾਲ ਉਹਨੇ ਰਿਸਰਚ ਕੀਤੀ ਇਸ ਚੀਜ਼ ਬਾਰੇ, ਬਟ she never really found anything ਜਿਹਦੇ ਨਾਲ ਉਹ ਕਹਿ ਸਕੇ ਕਿ ਯਾਰ now I am satisfied। ਤੇ ਉਹਨੇ ਇੰਟਰਨੈਟਸ, ਆਰਕਾਈਵਸ, ਇੱਥੇ ਤੱਕ ਕਿ ਬਹੁਤ ਜੀਨੀਅਸ ਸਾਇੰਟਿਸਟ ਜਿਹੜੇ ਕੁਆਂਟਮ ਫਿਜ਼ਿਸਿਸਟ ਸਾਰਾ ਕੁਝ ਲਿਖ ਕੇ ਚਲੇ ਗਏ ਥਿਊਰੀਜ਼। she even tried reading them, but ਕੋਈ ਵੀ ਉਹਨੂੰ ਇੱਦਾਂ ਦਾ ਆਨਸਰ ਨਹੀਂ ਦੇ ਪਾਇਆ ਕਿ ਲਾਈਕ which would hit her, ਕਿ ਲਾਈਕ okay now I understand this। ਕਿ ਮਤਲਬ ਜਿਹਨੂੰ ਆ ਖੁਦ ਐਕਸਪੀਰੀਅੰਸ ਕਰ ਪਾਵੇ and then she know what they mean, because there was no way of doing that obviously। so she was overreaching in this case, but there was something inside her ਕਿ ਮਤਲਬ she needed to find a way to like achieve that thing, so she was very passionate towards it, I would say। ਤੇ ਇਦਾਂ ਹੀ ਕਰਦੇ ਕਰਦੇ ਨਾ ਫਿਰ ਉਹ ਇੱਕ ਦਿਨ ਫਿਰ ਉੱਥੇ ਜਾਂਦੀ ਆ। ਆਖਰੀ ਉਹਦੀ ਕਹਿੰਦੀ ਹੁਣ ਮੇਰੇ ਤੋਂ ਇੱਕ ਆਖਰੀ ਚਾਂਸ ਆ, I've done kind of everything it, I've put everything that I had, my efforts, my resources, ਮੈਂ ਸਾਰੇ use ਕਰ ਲਿਆ। so now I only have one last option, let me go back to the lab where it all started। ਤੇ ਉਹ ਉਸੇ ਲੈਬ ਦੇ ਵਿੱਚ ਦੁਬਾਰਾ ਜਾਂਦੀ ਆ ਜਿੱਥੇ ਉਹਦੀ ਪਹਿਲੀ ਜੌਬ ਸੀਗੀ, ਜਿੱਥੇ ਉਹਦੇ ਡਾਕੂਮੈਂਟ ਸੀਗੇ ਨੋ ਨੇਮ ਦੇ, ਡਾਕਟਰ ਨੋ ਨੇਮ ਦੇ। ਤੇ ਉੱਥੇ ਜਾ ਕੇ ਨਾ ਉਹ she gets obsessed kind of thing, and she starts digging deeper into his last, which were like lesser known experiments। ਉਹਨਾਂ ਦੇ ਵਿੱਚ ਹੋਰ ਡੀਪ ਜਾਣਾ ਸ਼ੁਰੂ ਕਰ ਦਿੰਦੀ ਆ, and then tries to understand the flow of time, how it works, how
how the quantum works with it. But ਫਿਰ ਵੀ ਨਾ ਉਹਨੂੰ ਕੁਝ ਲੱਭਦਾ ਨੀਗਾ satisfactory. So at that point ਉਸ ਦਿਨ she kind of loses all hope. She's like ਕਿ ਯਾਰ ਹੁਣ ਕੁਝ ਨਹੀਂ ਹੋ ਸਕਦਾ. I have tried everything ਕਿ ਮਤਲਬ ਜੋ ਕੁਝ ਵੀ ਸੀਗਾ I have tried everything. ਮੈਨੂੰ ਲੱਗਦਾ ਕਿ ਮੈਨੂੰ ਇਹ ਲਾਈਫ ਦੇ ਵਿੱਚ ਆਨਸਰ ਮਿਲ ਹੀ ਨਹੀਂ ਪਾਊਗਾ ਕਿ ਲਾਈਕ ਜੋ ਮੈਂ ਚਾਹੁੰਦੀ ਆ I don't think it's gonna happen in this lifetime. ਤੇ ਉਹ ਕਾਫੀ ਹੋਪ ਜੀ ਲੂਜ਼ ਕਰ ਦਿੰਦੀ ਹੈ and then goes to bed that night with a very heavy heart. ਤੇ ਸੁੱਤੀ ਹੁੰਦੀ ਆ and then suddenly she woke up but in a space that didn't feel human at all. ਕਿ ਮਤਲਬ ਕੋਈ ਕੰਧਾ ਨਹੀਂ ਸੀ ਉੱਥੇ, ਕੋਈ ਲਾਈਟ ਸੋਰਸ ਨਹੀਂ ਸੀਗਾ, just there was a sense of existence which was outside time. ਤੇ ਨਾ ਉਹਦੇ ਅੰਦਰ ਇੱਕ chill fucking runs down her spine ਕਿ ਮਤਲਬ ਇੰਨਾ ਉਹਨੂੰ ਸ਼ੌਕ ਹੁੰਦਾ ਕਿ ਲਾਈਕ ਕਦੀ ਉਹਨੇ ਐਕਸਪੀਰੀਅੰਸ ਹੀ ਨਹੀਂ ਕੀਤਾ ਹੁੰਦਾ, ਉਹਨੂੰ ਪਤਾ ਵੀ ਨਹੀਂ ਸੀਗਾ ਕਿ ਇੱਦਾਂ ਦਾ ਵੀ ਕੋਈ ਐਕਸਪੀਰੀਅੰਸ ਹੋ ਸਕਦਾ. I can't even describe it with words. That's what she said. ਤੇ it's a Michael Scott joke, but yeah, but she couldn't even like feel the existence. That's how the things worked in that dimension. But suddenly she gets even more shocked ਜਦੋਂ ਉਹਨੂੰ ਆਪਣੇ ਸਿਰ ਦੇ ਉੱਪਰ ਦੋ antennas ਦਿਖਦੇ ਆ. And then behind those antennas she sees an alien face looking at her into her eyes. But weirdly enough, she doesn't feel any threat or any intention to kill from those beings. ਕਿ ਮਤਲਬ ਉਹਨੂੰ ਕੋਈ ਥ੍ਰੈਟ ਜਾਂ ਕੁਝ ਹੋਰ ਐਕਸਪੀਰੀਅੰਸ ਨਹੀਂ ਹੋ ਰਿਹਾ ਹੁੰਦਾ. ਤੇ ਵੀਅਰਡ ਚੀਜ਼ ਇਹ ਹੋ ਰਹੀ ਹੁੰਦੀ ਹੈ ਕਿ ਉਹ ਉਹਦੇ ਨਾਲ ਕਮਿਊਨੀਕੇਟ ਕਰ ਪਾ ਰਹੇ ਹੁੰਦੇ ਆ, not through words but through intentions. They were able to tell her what they meant. So that's what kind of like calmed her senses down. ਤੇ ਉਹਨੂੰ ਥੋੜਾ ਜਿਹਾ ਹੌਸਲਾ ਹੋਇਆ ਕਿ like these are not the beings I should be afraid of. They are probably here to tell me something. ਤੇ she kind of goes with the flow. ਤੇ ਉਸ ਤੋਂ ਬਾਅਦ ਕੀ ਹੁੰਦਾ ਕਿ those aliens they take her to this platform kind of thing. ਕਿ ਜੋ ਪਲੇਟਫਾਰਮ ਤੋਂ ਨਾ ਬਾਹਰ she sees theater of timelines ਕਿ ਉਹਨੂੰ ਇੱਕ infinite film reels ਮਿਲਦੀਆਂ ਆ of different timelines of like different figures which are like kind of blurred out. ਤੇ ਉਹ figures ਦੀ from starting point like their birth to how they die, she can see every single moment of their life in front of her eyes like a videotape. ਉਦੋਂ her eyes fucking opened up with surprise. And then ਉਦੋਂ ਉਹਨੂੰ ਇਹ ਨਹੀਂ ਸਮਝ ਆ ਰਿਹਾ ਹੁੰਦਾ ਕਿ like what is this experience ਕਿ ਮੈਨੂੰ aliens ਨੇ abduct ਕੀਤਾ ਆ or am I actually fucking dreaming. But ਉਸ time ਤੇ ਉਹ ਕਹਿੰਦੀ ਹੈ ਕਿ like even if I'm dreaming I don't want to wake up because this is the moment that she had waited for all her fucking life. ਤੇ ਉਹ ਹਲੇ ਇੰਨਾ ਸੋਚ ਹੀ ਰਹੀ ਹੁੰਦੀ ਆ, ਇੰਨੀ ਖੁਸ਼ੀ ਕਰ ਹੀ ਰਹੀ ਹੁੰਦੀ ਆ, ਮਨਾ ਹੀ ਰਹੀ ਹੁੰਦੀ ਆ ਕਿ ਲਾਈਕ ਫਾਈਨਲੀ ਉਹਨੂੰ ਉਹ ਚੀਜ਼ ਮਿਲ ਜਾਂਦੀ ਆ ਜਿਹਦੇ ਵਾਸਤੇ ਉਹ ਆਪਣੀ ਜ਼ਿੰਦਗੀ ਪੂਰੀ 'ਚ ਭੱਜ ਰਹੀ ਸੀਗੀ. ਤੇ ਸਡਨਲੀ ਨਾ ਇੱਕ ਏਲੀਅਨ ਆਉਂਦਾ ਆ ਤੇ ਇੱਕ ਟਾਈਮਲਾਈਨ ਦੀ ਵੀਡੀਓ ਟੇਪ ਚੱਕਦਾ. ਐਂਡ ਦੈਨ ਸ਼ੀ ਇਜ਼ ਫਕਿੰਗ ਸ਼ੌਕਡ ਜਦੋਂ ਦੇਖਦੀ ਆ ਕਿ ਦੈਟ ਟਾਈਮਲਾਈਨ ਇਜ਼ ਪਾਸਿੰਗ ਥਰੂ ਹਰ ਕਿ ਮਤਲਬ ਉਹਦੇ ਵਿੱਚੋਂ ਕ੍ਰਾਸ ਕਰ ਰਹੀ ਹੁੰਦੀ ਆ ਉਹ ਟਾਈਮਲਾਈਨ. ਜਦੋਂ ਉਹ ਆਪਣੇ ਲੈਫਟ ਤੇ ਦੇਖਦੀ ਆ ਉਹਨੂੰ ਉਹਦਾ ਸਾਰਾ ਪਾਸਟ ਦਿਖ ਰਿਹਾ ਹੁੰਦਾ ਆ ਤੇ ਜਦੋਂ ਉਹ ਆਪਣੇ ਰਾਈਟ ਤੇ ਦੇਖਦੀ ਆ ਉਦੋਂ ਉਹਨੂੰ ਆਪਣਾ ਸਾਰਾ ਫਿਊਚਰ ਦਿਖ ਰਿਹਾ ਹੁੰਦਾ. She can see herself from every single perspective of her life ਕਿ ਮਤਲਬ ਛੋਟਾ ਜਵਾਨ ਬਜ਼ੁਰਗ she can see everything. ਤੇ ਉਦੋਂ ਉਹਨੂੰ ਇੱਕ ਹੋਰ realization ਹਿੱਟ ਮਾਰਦੀ ਆ ਕਿ ਲਾਈਕ if it's already fated ਕਿ ਮਤਲਬ ਸਾਰਾ ਕੁਝ already exist ਕਰ ਰਿਹਾ ਆ, am I even making any conscious decision ਕਿ ਮਤਲਬ ਅੱਜ ਤੱਕ ਜੋ ਵੀ ਮੈਂ ਸੋਚ ਕੇ ਕਰ ਰਹੀ ਸੀ ਕਿ ਮੈਂ ਕਰ ਰਹੀ ਹਾਂ, ਮੈਂ ਇੱਦਾਂ ਕਰ ਰਹੀ ਹਾਂ, I'm so proud, ਤੇ ਉਹ ਸਾਰੀਆਂ ਚੀਜ਼ਾਂ ਕੀ ਸੀਗੀਆਂ, ਝੂਠ ਹੀ ਸੀਗੀਆਂ. ਉਹਨੂੰ ਇੱਦਾਂ ਲੱਗ ਰਿਹਾ ਸੀਗਾ ਕਿ am I just living a predetermined fate. ਤੇ ਉਹ ਇੰਨੀ ਕੁ ਜ਼ਿਆਦਾ ਸ਼ੌਕ ਤੇ ਫਰਸਟ੍ਰੇਟਡ ਹੋ ਜਾਂਦੀ ਹੈ ਸੁਣ ਕੇ ਕਿ ਮਤਲਬ ਜਿਹੜੀ ਡ੍ਰੀਮ ਦੇ ਪਿੱਛੋਂ ਇੰਨੀ ਚੀਜ਼ ਦੇ ਪਿੱਛੋਂ ਭੱਜ ਰਹੀ ਸੀਗੀ ਐਂਡ ਦੈਨ ਦਿਸ ਇਜ਼ ਵਾਟ ਇਟ ਟਰਨਡ ਆਊਟ ਟੂ ਬੀ. ਤੇ ਉਦੋਂ she turns around. She suddenly turns around to talk to the alien. Ki like, what the fuck is going on? And then jadon ye turn kar diya, she wakes up. She fucking wakes up from her bed, sweating and everything. Us to baad na ਉਹਦੇ ਨਾਲ ਇੱਕ thought stuck ਕਰ ਗਿਆ ਕਿ like, what is the point of doing anything if every version of you is already there? ਕਿ ਮਤਲਬ ਤੁਸੀਂ past ਵੀ ਆ, ਤੁਹਾਡਾ present ਵੀ ਆ, ਤੁਹਾਡਾ future, it's already there. ਮੇਰਾ ਕੀ ਕੰਮ ਆ? What am I even doing? What's even the point of putting any effort to it? ਤੇ ਉਹ ਆਪਣੇ ਆਪ ਨੂੰ ਨਾ ਆਈਸੋਲੇਟ ਕਰ ਲੈਂਦੀ ਆ. ਸ਼ੀ ਸਟਾਪਸ ਪੁਟਿੰਗ ਐਫਰਟ ਇਨਟੂ ਐਵਰੀਥਿੰਗ.
ਜੋ ਵੀ ਚੀਜ਼ਾਂ ਉਹਨੂੰ ਪਸੰਦ ਸੀ ਉਹ ਕਰਨਾ ਬੰਦ ਕਰ ਦਿੰਦੀ ਆ। ਸ਼ੀ ਲੌਕਸ ਹਰਸੈਲਫ ਇਨ ਹਰ ਰੂਮ। ਤੇ ਉਹਨੇ ਆਪਣੇ ਆਪ ਨੂੰ ਨਾ ਕਨਵਿੰਸ ਕਰ ਲਿਆ ਹੁੰਦਾ ਕਿ ਲਾਈਕ ਇਟ ਇਜ਼ ਮੈਂਟ ਟੂ ਹੈਪਨ। ਜੇ ਇੱਦਾਂ ਹੋ ਰਿਹਾ ਆ, ਮੇਰੀ ਲਾਈਫ ਡਾਊਨਹਿਲ ਜਾ ਰਹੀ ਆ, ਇਟ ਇਜ਼ ਮੈਂਟ ਟੂ ਹੈਪਨ ਬਿਕੋਜ਼ ਇਟਸ ਆਲਰੇਡੀ ਰਿਟਨ ਦੇਅਰ। Started believing in fate, in ਕਿਸਮਤ in a very intense way because ਉਹਨੇ ਆਪਣੀ ਅੱਖਾਂ ਦੇ ਨਾਲ ਦੇਖਿਆ ਹੁੰਦਾ ਸਾਰਾ ਕੁਝ ਕਿ ਕੀ ਚੱਲ ਕੀ ਰਿਹਾ ਹੁੰਦਾ। ਵਿਦ ਐਵਰੀ ਪਾਸਿੰਗ ਡੇ ਉਹਦੀ ਕੰਡੀਸ਼ਨ ਹੋਰ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਮਤਲਬ ਉਹ ਆਪਣੀ ਜੌਬ ਛੱਡ ਦਿੰਦੀ ਆ, ਆਪਣੀ ਭੈਣ ਆਪਣੀ ਫੈਮਿਲੀ ਦੀਆਂ ਕਾਲਸ ਚੱਕਣੀਆਂ ਬੰਦ ਕਰ ਦਿੰਦੀ ਆ। ਸ਼ੀ ਸਟਾਰਟਸ ਲਾਈਕ ਸਪਾਇਰਲਿੰਗ ਡਾਊਨ ਦਿਸ ਰੋਡ ਵਿਚ ਇਜ਼ ਜਸਟ ਅ ਡਾਊਨਫਾਲ। ਤੇ ਮਤਲਬ ਕੋਈ ਵੀ ਡਿਸੀਜ਼ਨ ਨਹੀਂ ਲੈਂਦੀ ਤੇ ਉਹਨੂੰ ਇੱਦਾਂ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਇੱਦਾਂ ਕਨਵਿੰਸ ਕਰ ਲੈਂਦੀ ਹੈ ਕਿ ਯਾਰ ਜੇ ਮੈਂ ਇੱਦਾਂ ਕਰ ਰਹੀ ਹਾਂ, ਇੱਦਾਂ ਹੀ ਲਿਖਿਆ ਹੋਣਾ ਕਿਸਮਤ ਦੇ ਵਿੱਚ, ਤਾਂ ਹੀ ਮੈਂ ਇੱਦਾਂ ਕਰ ਰਹੀ ਹਾਂ। ਸੋ ਦੈਟ ਕਾਈਂਡ ਆਫ ਥਾਟ is like stuck in her head now. She has become a prisoner to fate. ਉਹ ਕਿਸਮਤ ਆਪਣੀ ਦੀ ਹੀ ਪ੍ਰਿਜ਼ਨਰ ਬਣ ਚੁੱਕੀ ਹੈ ਇਸ ਟਾਈਮ ਤੇ। ਬਟ ਓਵਰ ਟਾਈਮ ਕਿ ਮਤਲਬ ਉਹਦੀ ਜਿਹੜੀ ਆ ਸਟਿਲਨੈਸ ਸੀਗੀ, ਜਿਹੜੀ ਆਹ ਸੇਮ ਪੈਟਰਨ, ਸੇਮ ਰਿਪੀਟੇਟਿਵ ਐਂਡ ਮੋਨੋਟੋਨਸ ਲਾਈਫ ਓਵਰ ਐਂਡ ਓਵਰ ਅਗੇਨ, ਇਹ ਉਹਨੂੰ ਇਰੀਟੇਟ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਨਾ ਉਹਨੂੰ ਅੰਦਰੋਂ ਹੀ ਖਾਣਾ ਸ਼ੁਰੂ ਕਰ ਦਿੰਦੀ ਹੈ ਇਹ ਚੀਜ਼ ਕਿ ਮਤਲਬ ਓਵਰ ਐਂਡ ਓਵਰ ਉਹੀ ਚੀਜ਼ ਰਿਪੀਟ ਹੋਈ ਜਾ ਰਹੀ ਆ। ਤੇ ਸ਼ੀ ਇਜ਼ ਲਾਈਕ ਵਾਟ ਦਾ ਫੱਕ, ਲਾਈਕ ਅੰਦਰੋਂ ਉਹਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ ਕਿ ਤੂੰ ਉੱਠ ਕੇ ਕੁਝ ਕਰ। ਤੇ ਉਦੋਂ ਉਸ ਮੂਮੈਂਟ ਨੂੰ ਕਰਸ ਕਰਨਾ ਸ਼ੁਰੂ ਕਰ ਦਿੰਦੀ ਆ ਜਦੋਂ ਉਹਨੂੰ ਉਹ ਐਕਸਪੀਰੀਅੰਸ ਹੋਇਆ ਸੀਗਾ ਜਿਹਦੇ ਵਾਸਤੇ ਉਹਨੇ ਆਪਣੀ ਪੂਰੀ ਲਾਈਫ ਵੇਸਟ ਕੀਤੀ ਸੀ ਐਕਸਪੀਰੀਅੰਸ ਵਾਸਤੇ। ਉਹ ਉਹੀ ਮੂਮੈਂਟ ਨੂੰ ਕਰਸ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਯਾਰ ਜੇ ਮੈਨੂੰ ਉਹ ਐਕਸਪੀਰੀਅੰਸ ਨਾ ਹੋਇਆ ਹੁੰਦਾ, ਮੈਂ ਆਪਣੀ ਲਾਈਫ ਇੱਦਾਂ ਨਾ ਦੇਖੀ ਹੁੰਦੀ, ਮੈਨੂੰ ਨਾ ਪਤਾ ਲੱਗਦਾ ਕਿ ਫੇਟ ਕੀ ਆ, ਕਿਸਮਤ ਕੀ ਆ, ਤੇ ਮੈਂ ਸ਼ਾਇਦ ਅੱਜ ਕਿਸੇ ਵਧੀਆ ਪੋਜੀਸ਼ਨ ਤੇ ਹੁੰਦੀ, ਮੈਂ ਇੰਨਾ ਡਾਊਨ ਹਿਲ ਨਾ ਹੀ ਹੁੰਦੀ। ਤੇ ਬਟ ਅੰਦਰੋਂ ਉਹਨੂੰ ਇਹ ਵੀ ਥਾਟ ਕਰ ਰਿਹਾ ਹੁੰਦਾ ਕਿ ਸ਼ਾਇਦ ਉਹ ਦੈਟ ਵਾਜ਼ ਮੈਂਟ ਟੂ ਹੈਪਨ, ਕਿ ਉਹ ਚੀਜ਼ ਹੋਣੀ ਸੀਗੀ ਤਾਂ ਹੀ ਮੈਂ ਆਹ ਚੀਜ਼ ਤੇ ਆ ਪਾਉਣਾ ਸੀਗਾ। ਸੋ ਸ਼ੀ ਇਜ਼ ਇਨ ਦਿਸ ਵੀਅਰਡ ਡਿਲੇਮਾ ਐਟ ਦਿਸ ਪੁਆਇੰਟ। ਬਟ ਇਸੇ ਡਿਲੇਮਾ ਦੇ ਵਿੱਚ ਉਹ ਐਕਸਪੀਰੀਅੰਸ ਉਹਨੂੰ ਦੁਬਾਰਾ ਯਾਦ ਆਉਣਾ ਸ਼ੁਰੂ ਹੁੰਦਾ ਕਿ ਉਦੋਂ ਹੋ ਕੀ ਰਿਹਾ ਸੀਗਾ। ਐਂਡ ਦੈਨ ਸ਼ੀ ਸਡਨਲੀ ਸੀਜ਼, ਉਹਨੂੰ ਇੱਕ ਚੀਜ਼ ਯਾਦ ਆਉਂਦੀ ਆ ਕਿ ਲਾਈਕ ਯਾਰ ਮੇਰਾ ਫਿਊਚਰ ਜਦੋਂ ਮੈਂ ਉਸ ਟਾਈਮ ਤੇ ਦੇਖਿਆ ਸੀ ਇੰਨਾ ਮਾੜਾ ਤਾਂ ਨਹੀਂ ਸੀਗਾ। ਮਤਲਬ ਦੇਅਰ ਵਾਜ਼ ਸਮ ਡਿਪਰੈਸਿਵ ਮੋਮੈਂਟਸ ਬਟ ਪੂਰੀ ਲਾਈਫ ਹੀ ਡਿਪਰੈਸ਼ਨ, ਇਟ ਵਾਜ਼ਨਟ ਲਾਈਕ ਦਿਸ। ਉਦੋਂ ਉਹਨੇ ਚੀਜ਼ ਰੀਅਲਾਈਜ਼ ਹੋਣੀ ਸ਼ੁਰੂ ਹੁੰਦੀ ਆ। ਐਂਡ ਦੈਨ ਜਿੱਦਾਂ ਹੀ ਉਹਨੂੰ ਇਹ ਚੀਜ਼ ਰੀਅਲਾਈਜ਼ ਹੁੰਦੀ ਆ, ਸ਼ੀ ਫਕਿੰਗ ਗੋਜ਼ ਬਲੈਂਕ। ਉਹ ਦੁਬਾਰਾ ਉਹ ਐਕਸਪੀਰੀਅੰਸ ਦੇ ਵਿੱਚ ਚਲ ਜਾਂਦੀ ਆ ਸਡਨਲੀ। ਐਂਡ ਦੈਨ ਸ਼ੀ ਫਾਈਂਡ ਹਰਸੈਲਫ ਔਨ ਦੈਟ ਪਲੇਟਫਾਰਮ ਵਨਸ ਅਗੇਨ। ਜਦੋਂ ਆਪਣੇ ਅੱਗੇ ਉਹ ਟਾਈਮਲਾਈਨਸ ਦੇਖਦੀ ਆ, ਇਨਫਿਨਿਟ ਟਾਈਮਲਾਈਨਸ, ਇੱਕ ਚੀਜ਼ ਬਦਲ ਚੁੱਕੀ ਹੁੰਦੀ ਆ ਇਸ ਵਕਤ। ਜਿਹੜੇ ਫਿਗਰਸ ਪਹਿਲਾਂ ਬਲਰਡ ਸੀਗੇ, ਦੇ ਸਲੋਲੀ ਸਟਾਰਟ ਟੇਕਿੰਗ ਸ਼ੇਪ ਤੇ ਉਹ ਹੌਲੀ ਇੱਕ ਚਿਹਰਾ ਬਣਾਉਣਾ ਸ਼ੁਰੂ ਕਰ ਦਿੰਦੇ ਆ ਜਿਹੜਾ ਕਿ ਆਇਆ ਦਾ ਹੀ ਚਿਹਰਾ ਹੁੰਦਾ ਆ। It was her actually, all those infinite timelines which were blurred figures, it was her different versions of Aya living a life. ਕਿਸੇ ਦੇ ਵਿੱਚ ਉਹ ਮੌਮ ਬਣ ਚੁੱਕੀ ਸੀ ਇਸ ਵਕਤ, ਕਿਸੇ ਦੇ ਵਿੱਚ ਉਹਦੇ 2 ਨਿਆਣੇ ਸੀ, ਕਿਸੇ ਟਾਈਮਲਾਈਨ ਦੇ ਵਿੱਚ ਉਹ ਸੀਰੀਅਲ ਕਿਲਰ ਸੀ। ਇਟ ਵਾਸ ਜਸਟ ਹਰ ਵਿਦ ਇਨਫਿਨਿਟ ਵਰਜ਼ਨਸ। ਤੇ ਉਦੋਂ ਉਹਨੂੰ ਇੱਕ ਹੋਰ ਚੀਜ਼ ਹਿੱਟ ਕਰਦੀ ਆ ਕਿ ਲਾਈਕ ਸ਼ੀ ਵਾਜ਼ ਆਲਵੇਜ਼ ਇਨ ਕੰਟਰੋਲ, ਕਿ ਮਤਲਬ ਉਹ ਬਸ ਇਹ ਸੋਚ ਕੇ ਕਿ ਸਾਰਾ ਕੁਝ ਕਿਸਮਤ ਕਰ ਰਹੀ ਆ, ਸਾਰਾ ਕੁਝ ਕਿਸਮਤ ਚਲਾ ਰਹੀ ਆ, ਮੇਰੇ ਵਾਸਤੇ ਕੁਝ ਵੀ ਨਹੀਂ ਹੈਗਾ, ਮੇਰੇ ਜਿੰਨੇ ਇਮੋਸ਼ਨਸ ਆ, ਜਿਹੜੇ ਇੰਟੈਂਸ਼ਨਸ ਆ, ਡਿਸੀਜਨਸ ਆ, ਇਹ ਸਾਰੇ ਆਟੋਮੇਟਿਡ ਆ। ਇਸ ਚੱਕਰ ਦੇ ਵਿੱਚ ਉਹਨੇ ਕੋਈ ਡਿਸੀਜਨ ਹੀ ਨਹੀਂ ਲਿਆ। ਦੈਟਸ ਵਾਈ ਹਰ ਲਾਈਫ ਵੈਂਟ ਡਾਊਨ ਦੈਟ ਪੈਥ। ਸੋ ਦੈਟਸ ਵਾਟ ਹਿਟ ਹਰ, ਕਿ ਮਤਲਬ ਜਿਹੜੇ ਉਹਦੇ ਡਿਸੀਜਨਸ, ਇੰਟੈਂਸ਼ਨਸ, ਇਮੋਸ਼ਨਲਸ, ਮੈਨੀਫੈਸਟੇਸ਼ਨਸ, ਜੋ ਵੀ ਥਾਟ ਸੀਗੇ, ਦੇ ਵਰ ਨਾਟ ਜਸਟ ਆਟੋਮੇਟਿਡ, ਇਟ ਵਾਜ਼ ਹਰ ਓਨ। ਤੇ ਉਹ ਥਾਟਸ ਹੀ ਉਹਨੂੰ ਡਾਇਰੈਕਸ਼ਨ ਦਿੰਦੇ ਸੀਗੇ ਡਿਸੀਜਨ ਲੈਣ ਦੇ, ਵਿਚ ਵਰ ਹੈਲਪਿੰਗ ਹਰ ਮੂਵ ਦ ਡਿਫਰੈਂਟ ਟਾਈਮਲਾਈਨਸ। ਮਤਲਬ ਉਹਦਾ ਹਰੇਕ ਡਿਸੀਜਨ ਇੱਕ ਡਿਫਰੈਂਟ ਟਾਈਮਲਾਈਨ ਤੇ ਮੂਵ ਕਰਾ ਰਿਹਾ ਸੀਗਾ ਉਹਨੂੰ। ਜੇ ਉਹ ਘਰੋਂ ਬਾਹਰ ਨਿਕਲਦੀ ਸੀ ਜਾਂ ਨਹੀਂ ਨਿਕਲਦੀ ਸੀ, ਜੇ ਬਾਹਰ ਨਿਕਲਦੀ ਸੀ ਉਹਨੂੰ ਡਿਫਰੈਂਟ ਓਪਰਚੁਨਿਟੀਜ਼ ਮਿਲਦੀਆਂ ਸੀ, ਡਿਫਰੈਂਟ ਇੰਟਰੈਕਸ਼ਨਸ ਹੁੰਦੀਆਂ ਸੀ, ਐਂਡ ਹਰ ਲਾਈਫ ਗੋਜ਼ ਅ ਡਿਫਰੈਂਟ ਵੇ। ਬਟ ਜੇ ਉਹ ਚੂਜ਼ ਕਰਦੀ ਸੀ ਘਰੇ ਰਹਿਣਾ, nothing changes, it just goes bad, it just goes downhill. ਤੇ ਉਦੋਂ ਉਹਨੂੰ ਇਹ ਚੀਜ਼ ਰੀਅਲਾਈਜ਼ ਹੁੰਦੀ ਹੈ ਕਿ ਲਾਈਕ she was always in control, she was never automated, even though every moment in time is already decided. ਹਰੇਕ ਚੀਜ਼ past, present, future already ਹੋ ਚੁੱਕਿਆ, everything is already there. It's not that ਕਿ ਉਹਦੇ ਵਾਸਤੇ ਹੱਲੇ ਵੀ ਕੁਝ ਨਹੀਂ ਹੈਗਾ। She's just living through moments, but it's up to her which timeline she wants to go to. If she wants to be a millionaire, hell yeah, she can get up, she can make decisions and then be a millionaire. But if she just won't do anything, ਉਹਨੇ ਕੁਝ ਵੀ ਨਹੀਂ ਕਰਨਾ, she's just gonna go downhill.
ਤੇ ਉਸ ਤੋਂ ਬਾਅਦ ਇਹ ਥੋਟ ਤੋਂ ਬਾਅਦ ਜਦੋਂ ਆਇਆ ਨੈਕਸਟ ਮਾਰਨਿੰਗ ਉੱਠਦੀ ਆ, ਉਹਦੇ ਅੰਦਰ ਇੱਕ ਡਿਫਰੈਂਟ ਗਲਿਮਰ ਹੁੰਦੀ ਹੈ ਜਿਹੜੀ ਕਿ ਉਹ ਪਹਿਲਾਂ ਲੂਜ਼ ਕਰ ਚੁੱਕੀ ਸੀਗੀ। ਸ਼ੀ ਇਜ਼ a new Aya once again. She knows that every decision, कोई भी decision वो make करूगी, it's gonna impact her life. It's gonna turn her to a different timeline. If she sees herself as the best version of herself, she can obviously do that because किसी ਹੋਰ timeline ਦੇ ਵਿੱਚ ਉਹ version already exist ਕਰ ਰਿਹਾ ਹੈ। All she has to do is align herself and her decisions, her thoughts to that timeline and then she will get there. So ਉਹ thoughts ਦੇ ਨਾਲ ਉਹ ਆਪਣੀ ਜ਼ਿੰਦਗੀ ਜੀਣਾ ਦੁਬਾਰਾ ਸ਼ੁਰੂ ਕਰਦੀ ਆ and then a new timeline begins.